ਹੈਲੋ। ਅੱਜ ਜੋ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਾਂਗੀ ਉਹ ਕਰਾਂਗੀ ਡੇਅਰੀ ਫਾਰਮ ਦੇ 3 ਮੇਨ ਪਿਲਰਸ ਹੁੰਦੇ ਨੇ। ਡੇਅਰੀ ਫਾਰਮ ਨੂੰ ਕਾਮਯਾਬ ਕਰਨ ਵਾਸਤੇ 3 ਚੀਜ਼ਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਪਹਿਲੀ ਹੈ ਫੀਡ, ਦੂਜੀ ਹੈ ਬਰੀਡ ਤੇ ਤੀਜੀ ਹੈ ਮੈਨੇਜਮੈਂਟ। ਇਹਨਾਂ ਤਿੰਨਾਂ ਚੀਜ਼ਾਂ ਦੇ ਉੱਤੇ ਹੀ ਡੇਅਰੀ ਫਾਰਮ ਖੜਾ ਹੈ। ਸਕਸੈਸਫੁਲ ਹੋਣਾ ਤੁਸੀਂ ਇਹਦੇ ਵਿੱਚ ਸਫਲ ਹੋਵੋਗੇ ਕਿ ਨਹੀਂ ਹੋਵੋਗੇ, ਇਹ ਤਿੰਨੇ ਚੀਜ਼ਾਂ ਇਸ ਚੀਜ਼ ਨੂੰ ਵੈਰੀਫਾਈ ਕਰਦੀਆਂ ਨੇ। ਅੱਜ ਆਪਾਂ ਜੋ ਗੱਲ ਕਰਾਂਗੇ ਉਹ ਕਰਾਂਗੇ ਫੀਡ ਦੇ ਉੱਤੇ, ਕਿਉਂਕਿ ਇੱਕ ਆਪਾਂ ਅਸੀਂ ਆਪਣੇ ਫਾਰਮ ਦੇ ਉੱਤੇ ਇੱਕ ਬਦਲਾਅ ਲੈ ਕੇ ਆ ਰਹੇ ਹਾਂ। ਪਹਿਲਾਂ ਤੁਸੀਂ ਮੇਰੀ ਵੀਡੀਓਜ਼ ਵਿੱਚ ਦੇਖਿਆ ਵੀ ਹੋਏਗਾ ਕਿ ਅਸੀਂ ਡਿਸਾਈਡ ਕੀਤਾ ਸੀ ਕਿ ਅਸੀਂ ਹੋਮਮੇਡ ਮਿਕਸਚਰ ਦੇ ਉੱਤੇ ਰਵਾਂਗੇ। ਮਤਲਬ ਕਿ ਹੁਣ ਤੱਕ ਅਸੀਂ ਆਪਣੀ ਬਣਾਈ ਹੋਈ ਫੀਡ ਪਾਉਂਦੇ ਸੀ, ਮਤਲਬ ਖੁਦ ਦੀ ਫਾਰਮੂਲੇਸ਼ਨ। ਆਪਾਂ ਪਹਿਲਾਂ ਨਿਊਟ੍ਰੀਸ਼ਨਿਸਟ ਹਾਇਰ ਕੀਤਾ ਸੀ, ਫਿਰ ਉਸ ਤੋਂ ਬਾਅਦ ਆਪਾਂ ਫਾਰਮੂਲੇਸ਼ਨਸ ਬਣਾਉਂਦੇ ਰਹੇ ਕਿ ਇਸ ਟਾਈਮ ਦੇ ਉੱਤੇ ਜਿੱਦਾਂ ਗ੍ਰੀਨ ਦੇ ਨਾਲ ਐਨਰਜੀ ਜ਼ਿਆਦਾ ਚਾਹੀਦੀ ਹੈ, ਪ੍ਰੋਟੀਨ ਕਿਵੇਂ ਬੈਲੈਂਸ ਕਰਨਾ, ਡਰਾਈ ਮੈਟਰ ਬੇਸਿਸ ਦੇ ਉੱਤੇ ਕਿਹੜੀ ਚੀਜ਼ਾਂ ਜ਼ਿਆਦਾ ਲੋੜੀਂਦੀਆਂ ਹੁੰਦੀਆਂ ਨੇ। ਇਹ ਆਪਾਂ ਸਾਰੀਆਂ ਚੀਜ਼ਾਂ ਮੈਨੇਜ ਕਰਦੇ ਰਹੇ ਸੀ। ਪਰ ਇਹ ਬਹੁਤ ਮਤਲਬ ਕਹਿ ਲਓ ਕਿ ਹੈਡੇਕ ਵਾਲਾ ਕੰਮ ਹੈ, ਸਿਰਦਰਦੀ ਰਹਿੰਦੀ ਹੈ। ਹਰ ਇੱਕ ਚੀਜ਼ ਨੂੰ ਤੁਸੀਂ ਇਕੱਠਾ ਕਰਵਾਉਣਾ, ਫਿਰ ਆਪ ਪਰਸਨਲੀ ਉੱਥੇ ਖਲੋ ਕੇ ਫੀਡ ਬਣਵਾਉਣੀ ਇੱਕ ਬਹੁਤ ਹੀ ਮਤਲਬ ਜ਼ਿੰਮੇਵਾਰੀ ਵਾਲਾ ਕੰਮ ਹੈ। ਅਤੇ ਇਹਦੇ ਉੱਤੇ ਤੁਹਾਨੂੰ ਪੱਕਾ ਔਨ ਟਾਈਮ ਰਹਿਣਾ ਪੈਂਦਾ ਹੈ ਕਿ ਤੁਸੀਂ ਸਾਰੀਆਂ ਚੀਜ਼ਾਂ ਦੀ ਕੁਆਲਿਟੀ ਦੇਖੋ, ਫਿਰ ਉਹਨਾਂ ਚੀਜ਼ਾਂ ਨੂੰ ਤੁਸੀਂ ਆਪਣੀ ਫੀਡ ਦੇ ਵਿੱਚ ਪਾਓ। ਅਤੇ ਅਸੀਂ ਹੁਣ ਸਾਡੇ ਨਾਲ ਕਾਰਗਿਲ ਵਾਲਿਆਂ ਨੇ ਕੰਟੈਕਟ ਕੀਤਾ ਸੀ। ਇਹ ਕਿਸੇ ਦੀ ਪ੍ਰਮੋਸ਼ਨ ਨਹੀਂ ਹੈ, ਜਸਟ ਆਪਣਾ ਅਸੀਂ ਸ਼ੇਅਰ ਕਰਦੇ ਪਏ ਹਾਂ। ਅਤੇ ਤੁਹਾਡੇ ਸੁਝਾਅ ਚਾਹੀਦੇ ਨੇ ਇਸ ਦੇ ਰਿਗਾਰਡਿੰਗ। ਤੁਸੀਂ ਆਪਣੇ ਜੋ ਵੀ ਤੁਹਾਡਾ ਐਕਸਪੀਰੀਅੰਸ ਰਿਹਾ ਉਹ ਤੁਸੀਂ ਜ਼ਰੂਰ ਦੱਸਿਓ। ਕਾਰਗਿਲ ਵਾਲਿਆਂ ਦਾ ਅਸੀਂ 10,000 ਦਾ ਟਰਾਇਲ ਲਾਵਾਂਗੇ ਹੁਣ ਆਪਣੀ ਮਿਲਕਿੰਗ ਵਾਲੀ ਕੋਸਟ ਦੇ ਉੱਤੇ। ਹੋਮਮੇਡ ਮਿਕਸਚਰ ਤੋਂ ਸ਼ਿਫਟ ਕਰਕੇ ਅਸੀਂ ਕਾਰਗਿਲ ਦੇ ਉੱਤੇ ਲੈ ਕੇ ਜਾਵਾਂਗੇ, ਪਰ 50-50 ਤੋਂ ਸਟਾਰਟ ਕਰਾਂਗੇ। ਮਤਲਬ ਪਹਿਲਾਂ ਥੋੜ੍ਹੀ ਕਾਰਗਿਲ ਐਡ ਕਰਾਂਗੇ, ਫਿਰ ਹੌਲੀ ਹੌਲੀ ਉਸ ਨੂੰ ਵਧਾਉਂਦੇ ਜਾਵਾਂਗੇ। ਅਤੇ ਤੁਸੀਂ ਜਿਨ੍ਹਾਂ ਨੇ ਵੀ ਕਾਰਗਿਲ ਪਾਈ ਹੈ ਜਾਂ ਪਾਉਂਦੇ ਹੋ 10,000, ਉਹ ਤੁਸੀਂ ਜ਼ਰੂਰ ਦੱਸਿਓ ਕਿ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਕਾਰਗਿਲ ਫੀਡ ਦੇ ਨਾਲ, ਅਤੇ ਤੁਸੀਂ ਕਿਹੜੀਆਂ ਚੀਜ਼ਾਂ ਐਡ ਔਨ ਮਤਲਬ ਕਿ ਤੁਸੀਂ ਐਕਸਟਰਾ ਪਾਉਂਦੇ ਹੋ ਇਸ ਫੀਡ ਦੇ ਨਾਲ, ਕੀ ਕਮੀਆਂ ਪੇਸ਼ੀਆਂ ਨੇ ਉਹ ਵੀ ਤੁਸੀਂ ਜ਼ਰੂਰ ਦੱਸਿਓ। ਕਿਉਂਕਿ ਸਿੱਧੀ ਸਾਫ਼ ਜਿਹੀ ਗੱਲ ਹੈ ਕਿ ਮੈਂ ਇੰਨੇ ਫਾਰਮਾਂ ਦੇ ਉੱਤੇ ਜਾਂ ਸਾਡਾ ਇੰਨਾ ਜ਼ਿਆਦਾ ਕੰਟੈਕਟ ਨਹੀਂ ਹੈਗਾ। YouTube ਫੈਮਿਲੀ ਮੇਰੀ ਬਹੁਤ ਵੱਡੀ ਹੈ, ਥੈਂਕਸ ਟੂ ਯੂ। ਤੁਸੀਂ ਸਾਰਿਆਂ ਦੇ ਸਾਥ ਨਾਲ ਅੱਜ ਆਪਾਂ 10,000 ਛੇਤੀ ਹੋ ਜਾਵਾਂਗੇ। ਪਰ ਤੁਹਾਡਾ ਸਾਰਿਆਂ ਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ, ਕਿਉਂਕਿ ਇੱਕ ਵੱਡੇ ਸਕੇਲ ਦੇ ਉੱਤੇ ਜਦੋਂ ਕੋਈ ਵੀ ਚੀਜ਼ ਦਾ ਐਕਸਪੀਰੀਅੰਸ ਮੰਗਿਆ ਜਾਂਦਾ ਨਾ, ਅਤੇ ਉਹ ਸਾਫ਼ ਅਤੇ ਸੱਚੇ ਸੁਥਰੇ ਤੁਹਾਡੇ ਰਿਐਕਸ਼ਨਸ ਆਉਂਦੇ ਨੇ, ਅਤੇ ਤੁਸੀਂ ਜ਼ਰੂਰ ਦੱਸਣਾ ਸਾਰਿਆਂ ਨੇ। ਫਿਰ ਆਪਾਂ ਜੇ ਸਾਰਿਆਂ 'ਚ ਕੁਛ ਵਧੀਆ ਰਿਹਾ, ਫਿਰ ਆਪਾਂ ਇਹਨੂੰ ਰਿਪਲੇਸ ਕਰਾਂਗੇ ਆਪਣੀ ਹੋਮਮੇਡ ਮਿਕਸਚਰ ਨੂੰ ਕਾਰਗਿਲ ਫੀਡ ਦੇ ਨਾਲ। ਸਭ ਤੋਂ ਗੱਲ ਸੌਖੀ ਹੈ ਕਿ ਸਾਡਾ ਹੋਮ ਮਿਕਸਚਰ ਹੈਗਾ ਨਾ, ਜੋ ਅਸੀਂ ਪਾਉਂਦੇ ਹਾਂ, ਸਾਡੀ ਫਾਰਮੂਲੇਸ਼ਨ ਉਹ ਸਾਨੂੰ ਮਹਿੰਗੀ ਪੈਂਦੀ ਹੈ, ਅਤੇ ਜਿਹੜੀ ਇਹ ਕੰਪਨੀ ਮੇਡ ਫੀਡਸ ਹੈ ਨਾ, ਇਹ ਸਾਨੂੰ ਸਸਤੀਆਂ ਪੈਂਦੀਆਂ ਨੇ। ਇਸੇ ਕਰਕੇ ਇੱਕ ਮਨੀ ਕੰਸਟਰੇਂਟ ਤੁਸੀਂ ਲਾ ਲਓ। ਆਪਾਂ ਇਹ ਵੇਖਣਾ ਚਾਹੁੰਦੇ ਹਾਂ ਕਿ ਜੋ ਅਸੀਂ ਫਾਰਮੂਲੇਸ਼ਨ ਪਾਉਂਦੇ ਹਾਂ ਓਨਾ ਹੀ ਦੁੱਧ ਅਤੇ ਓਨੀ ਹੀ ਕੰਸੈਪਸ਼ਨ ਰੇਟ, ਸਾਰਾ ਕੁਛ ਇਹ ਫੀਡਸ ਓਨੀਆਂ ਕੱਢਦੀਆਂ ਹੈਗੀਆਂ ਹੈ ਕਿ ਨਹੀਂ ਕੱਢਦੀਆਂ। ਇਹ ਚੀਜ਼ ਤੁਹਾਡੇ ਕੋਲ, ਮੈਂ ਇਹੀ ਚੀਜ਼ ਦਾ ਆਨਸਰ ਮੈਂ ਤੁਹਾਡੇ ਕੋਲ ਚਾਹੁੰਦੀ ਹਾਂ। ਅਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਮੈਨੂੰ ਆਪਣੇ ਜੈਨੂਅਨ ਜੋ ਤੁਹਾਡਾ ਸੱਚੀ 'ਚ ਐਕਸਪੀਰੀਅੰਸ ਹੈ ਉਹ ਤੁਸੀਂ ਮੇਰੇ ਨਾਲ ਸ਼ੇਅਰ ਕਰੋਗੇ। ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਸਾਰੇ ਜਾਣੇ ਜ਼ਰੂਰ ਦੱਸਿਓ। ਅਤੇ ਇੱਕ ਇਸ ਫੀਡ ਦਾ ਜਾਂ ਕਾਰਗਿਲ ਤੋਂ ਇਲਾਵਾ ਵੀ ਕੋਈ ਬਹੁਤ ਵਧੀਆ ਫੀਡ ਜਿਹੜੀ ਤੁਸੀਂ ਯੂਜ਼ ਕਰਦੇ ਹੋ ਅਤੇ ਤੁਹਾਨੂੰ ਲੱਗਦਾ ਕਿ ਇਹ ਕਾਰਗਿਲ ਨਾਲੋਂ ਵੀ ਜ਼ਿਆਦਾ ਵਧੀਆ ਹੈ, ਅਤੇ ਉਹ ਵੀ ਤੁਸੀਂ ਜ਼ਰੂਰ ਦੱਸ ਸਕਦੇ ਹੋ। ਫਿਰ ਆਪਾਂ ਇਸ ਨੂੰ ਟਰਾਈ ਜ਼ਰੂਰ ਕਰਾਂਗੇ। ਥੋੜ੍ਹਾ ਬਿਜ਼ੀ ਸ਼ਡਿਊਲ ਚੱਲਦਾ, ਇਸੇ ਕਰਕੇ ਫੀਡ ਬਣਾਉਣ ਜਾਣਾ ਅਤੇ ਸਾਰਾ ਕੁਛ ਬਣਵਾ ਕੇ ਲੈ ਕੇ ਆਉਣਾ ਥੋੜ੍ਹਾ ਔਖਾ ਲੱਗਦਾ। ਅਤੇ ਜੇ ਕੰਪਨੀ ਮੇਡ ਫੀਡ ਵਧੀਆ ਮਿਲ ਜੇ ਅਤੇ ਫਿਰ ਇਸ ਨੂੰ ਪਾਉਣ ਦੇ ਵਿੱਚ ਕੋਈ ਬੁਰਾਈ ਨਹੀਂ ਹੈਗੀ। ਅਤੇ ਆਪਾਂ ਇਸ ਨੂੰ ਇਸੇ ਕਰਕੇ ਇਸ ਦਾ ਟਰਾਇਲ ਸ਼ੁਰੂ ਕੀਤੇ ਆ, ਅਤੇ ਮੈਂ ਇਹਦਾ ਰਿਜ਼ਲਟ ਜਿਵੇਂ ਦਾ ਵੀ ਆਵੇਗਾ
ਫਿਰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ। ਸਭ ਤੋਂ ਪਹਿਲਾਂ ਤੁਸੀਂ ਆਪਣੇ ਰਿਜ਼ਲਟਸ ਮੇਰੇ ਨਾਲ ਸ਼ੇਅਰ ਕਰਨੇ ਆ, ਕਿਉਂਕਿ ਅਸੀਂ ਤਾਂ ਜੇ ਸਟਾਰਟ ਕਰਨੀ ਆ, ਤੁਸੀਂ ਪਾਈ ਹੋਵੇਗੀ, ਕਈਆਂ ਨੂੰ ਬਹੁਤ ਸਾਰੇ ਲੋਕ ਪਾਉਂਦੇ ਨੇ, ਇਸੇ ਕਰਕੇ ਮੈਂ ਤੁਹਾਨੂੰ ਪੁੱਛਿਆ। ਤੁਸੀਂ ਮੈਨੂੰ ਦੱਸਿਓ, ਫਿਰ ਮੈਂ ਆਪਣੇ ਤੁਹਾਡੇ ਨਾਲ ਐਕਸਪੀਰੀਅੰਸ ਸ਼ੇਅਰ ਕਰਾਂਗੀ। ਅਤੇ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਾਂ ਆਪਣੀ ਐਗਰੀਕਲਚਰ ਵਾਲੀ ਵੀਡੀਓਜ਼ ਵੀ ਇਸ ਚੈਨਲ ਦੇ ਉੱਤੇ ਸਟਾਰਟ ਕਰ ਸਕਦੇ ਹਾਂ ਕਿ ਖੇਤੀਬਾੜੀ ਦੇ ਵਿੱਚ ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਲਾ ਸਕਦੇ ਹਾਂ। ਜਿਵੇਂ ਹੁਣ ਮੱਕੀ ਲੱਗੀ ਹੈ, ਮੱਕੀ ਤੋਂ ਬਾਅਦ ਅਸੀਂ ਕਿਹੜੀਆਂ ਚੀਜ਼ਾਂ ਹੋਰ ਟਰਾਈ ਕਰ ਸਕਦੇ ਹਾਂ ਬੀਜਣ ਦੀਆਂ, ਤਾਂ ਕਿ ਹਰ ਚੀਜ਼ ਸਾਈਡ ਬਾਏ ਸਾਈਡ ਪ੍ਰੋਫਿਟ ਦੇ ਵਿੱਚ ਰਵੇ। ਇਹ ਨਹੀਂ ਕਿ ਅਸੀਂ ਇੱਕ ਹੀ ਚੀਜ਼ ਲੈ ਕੇ ਚੱਲੀ ਜਾ ਰਹੇ ਹਾਂ। ਖੇਤੀਬਾੜੀ ਵਿੱਚ ਵੀ ਇਨੋਵੇਸ਼ਨ ਲਿਆਉਣ ਦੀ ਲੋੜ ਹੈ, ਇੱਕ ਕਹਿੰਦੇ ਆ ਨਾ, ਇੱਕ ਬਦਲਾਅ ਲਿਆਉਣ ਦੀ ਲੋੜ ਹੈ। ਕਣਕ ਝੋਨੇ ਤੋਂ ਉੱਠ ਕੇ ਦੇਖਣਾ ਚਾਹੀਦਾ ਕੈਸ਼ ਕ੍ਰੌਪਸ, ਤਾਂ ਕਿ ਅਸੀਂ ਪ੍ਰੋਫਿਟ ਦੇ ਵਿੱਚ ਰਹੀਏ। ਅਤੇ ਆਪਾਂ ਮਿਲਦੇ ਹਾਂ ਇੱਕ ਨੈਕਸਟ ਵੀਡੀਓ ਦੇ ਵਿੱਚ ਕੱਲ੍ਹ ਨੂੰ। ਅਤੇ ਤੁਸੀਂ ਮੈਨੂੰ ਜ਼ਰੂਰ ਦੱਸਣਾ ਹੈ, ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਮੈਨੂੰ ਦੱਸੋਗੇ। ਚਲੋ ਫਿਰ, ਬਾਏ ਬਾਏ।